ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ ਲੂਸੈਂਟ ਜੀਕੇ ਦੀ ਇੱਕ ਨਵੀਂ ਕਲਾਸ ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ ਲੂਸੈਂਟ ਸਟੈਟਿਕ ਜੀਕੇ ਦੇ ਮੋਸਟ ਇੰਪੋਰਟੈਂਟ MCQ ਡਿਸਕਸ ਕਰਨ ਜਾ ਰਹੇ ਹਾਂ। ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ, ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਆਪਣੇ ਲੂਸੈਂਟ ਜੀਕੇ ਦੇ ਕਈ ਸੈਸ਼ਨ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਤੁਹਾਡੇ ਸਟੈਟਿਕ ਜੀਕੇ ਦੇ ਮੋਸਟ ਇੰਪੋਰਟੈਂਟ MCQ ਡਿਸਕਸ ਕੀਤੇ ਨੇ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਪਲੇਲਿਸਟ ਦੇ ਵਿੱਚ ਜਾਓ, ਉੱਥੇ ਤੁਹਾਨੂੰ ਆਲ ਸਬਜੈਕਟਸ ਦੀਆਂ ਵੀਡੀਓਜ਼ ਸੀਰੀਜ਼ ਵਾਈਜ਼ ਲੱਗੀਆਂ ਮਿਲ ਜਾਣਗੀਆਂ, ਜਾ ਕੇ ਦੇਖ ਸਕਦੇ ਹੋ ਅਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਲੂਸੈਂਟ ਸਟੈਟਿਕ ਜੀਕੇ ਦੇ ਮੋਸਟ ਇੰਪੋਰਟੈਂਟ MCQ ਡਿਸਕਸ ਕਰਨ ਜਾ ਰਹੇ ਹਾਂ। ਤਾਂ ਸੈਸ਼ਨ ਨੂੰ ਐਂਡ ਤੱਕ ਜ਼ਰੂਰ ਦੇਖਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੇ ਪਹਿਲੇ ਕੁਐਸਚਨ ਦੇ ਨਾਲ। ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈ, ਵਿਚ ਰਿਟ ਇਜ਼ ਰਿਲੇਟਡ ਟੂ ਦ ਟਰਮ ਵੀ ਕਮਾਂਡ। ਤਾਂ ਜਦੋਂ ਆਪਾਂ ਰਿਟਾਂ ਬਾਰੇ ਪੜ੍ਹਦੇ ਹਾਂ ਤਾਂ ਆਪਾਂ ਨੂੰ ਪਤਾ ਕਿ ਆਪਣੀਆਂ ਟੋਟਲ 5 ਪ੍ਰਕਾਰ ਦੀਆਂ ਰਿਟਾਂ ਨੇ। ਤਾਂ ਰਿਟਾਂ ਦੇ ਵਿੱਚੋਂ ਤੁਹਾਨੂੰ ਕੁਐਸਚਨ ਆਉਂਦਾ ਹੀ ਆਉਂਦਾ। ਪੋਲਿਟੀ ਦਾ ਸਭ ਤੋਂ ਮੋਸਟ ਇੰਪੋਰਟੈਂਟ ਟੌਪਿਕ ਹੈ ਇਹ, ਹਰ ਵਾਰ ਇੱਥੋਂ ਕੁਐਸਚਨ ਪੁੱਛਿਆ ਜਾਂਦਾ ਹੈ। ਤਾਂ ਇਹ ਤੁਹਾਨੂੰ ਸ਼ਬਦ ਦੇ ਦਿੰਦੇ ਨੇ, ਦੋ ਸ਼ਬਦ, ਜਿਵੇਂ ਕਿ ਇਹਨਾਂ ਨੇ ਸ਼ਬਦ ਦਿੱਤੇ ਆ ਵੀ ਕਮਾਂਡ, ਠੀਕ ਹੈ ਜੀ। ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਜਿਹੜੇ ਵੀ ਕਮਾਂਡ ਸ਼ਬਦ ਹੈ ਇਹ ਕਿਹੜੀ ਰਿਟ ਦੇ ਨਾਲ ਸੰਬੰਧਿਤ ਹੈ। ਤਾਂ ਤੁਹਾਡੇ ਕੋਲ 4 ਆਪਸ਼ਨ ਨੇ, ਮੈਂਡਾਮਸ, ਹੈਬੀਅਸ ਕਾਰਪਸ, ਸੈਰੀਟੋਰੀ ਜਾਂ ਕਿਊ ਵਾਰੰਟੋ। ਤਾਂ ਇਹ ਆਪਣੇ ਕੋਲ 5 ਪ੍ਰਕਾਰ ਦੀਆਂ ਵੈਸੇ ਰਿਟਾਂ ਨੇ, ਠੀਕ ਹੈ ਜੀ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਆਊਗਾ, ਮੈਂਡਾਮਸ, ਠੀਕ ਹੈ ਜੀ। ਤਾਂ ਮੈਂਡਾਮਸ ਰਿਟ ਦੇ ਨਾਲ ਸੰਬੰਧਿਤ ਹੈ ਜਿਹੜੇ ਸ਼ਬਦ ਨੇ ਤੁਹਾਨੂੰ ਵੀ ਕਮਾਂਡ। ਤਾਂ ਤੁਹਾਨੂੰ ਇਹ ਸ਼ਬਦ ਹੀ ਦਿੰਦੇ ਹੁੰਦੇ ਨੇ ਕੁਐਸਚਨ ਦੇ ਵਿੱਚ ਕਿ ਇਹ ਸ਼ਬਦ ਦੱਸੋ ਕਿਹੜੀ ਰਿਟ ਦੇ ਨਾਲ ਰਿਲੇਟਡ ਨੇ। ਤਾਂ ਮੈਂਡਾਮਸ, ਤਾਂ ਜਦੋਂ ਹਾਇਰ ਕੋਰਟ ਲੋਅਰ ਕੋਰਟ ਨੂੰ ਇਹ ਰਿਟ ਜਾਰੀ ਕਰਦੀ ਹੈ ਤਾਂ ਉਹ ਕਹਿੰਦੀ ਹੈ ਕਿ ਅਸੀਂ ਕਮਾਂਡ ਕਰਦੇ ਹਾਂ, ਵੀ ਕਮਾਂਡ, ਠੀਕ ਹੈ ਜੀ, ਕਿ ਤੁਸੀਂ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਨਾ ਜਾਓ। ਤਾਂ ਹੈਬੀਅਸ ਕਾਰਪਸ ਜਿਹੜੀ ਰਿਟ ਹੈ ਇਹ ਤੁਹਾਨੂੰ ਸ਼ਬਦ ਮਿਲਣਗੇ ਟੂ ਬਰਿੰਗ ਦਾ ਬੋਡੀ। ਟੂ ਬਰਿੰਗ ਦਾ ਬੋਡੀ ਮਤਲਬ ਬੰਦਾ ਸਾਡੇ ਸਾਹਮਣੇ ਪੇਸ਼ ਕਰੋ, ਠੀਕ ਹੈ ਜੀ। ਅਤੇ ਸੈਰੀਟੋਰੀ ਹੁੰਦਾ ਪ੍ਰੋਡਿਊਸ ਦਾ ਸਰਟੀਫਿਕੇਟ, ਟੂ ਪ੍ਰੋਡਿਊਸ ਦਾ ਸਰਟੀਫਿਕੇਟ। ਅਤੇ ਕਿਊ ਵਾਰੰਟੋ ਦਾ ਮਤਲਬ ਹੁੰਦਾ ਟੂ ਵਟ ਅਥਾਰਟੀ ਜਾਂ ਵਟ ਵਾਰੰਟ। ਟੂ ਵਟ ਅਥਾਰਟੀ ਇਹ ਸ਼ਬਦ ਤੁਹਾਨੂੰ ਮਿਲਣਗੇ, ਠੀਕ ਹੈ ਜੀ। ਤਾਂ ਇਹ ਕਿਊ ਵਾਰੰਟੋ ਹੈ, ਮਤਲਬ ਜਦੋਂ ਕੋਈ ਵੀ ਬੰਦਾ ਇਲੀਗਲ ਪੋਸਟ, ਮਤਲਬ ਕਿਸੇ ਵੀ ਪੋਸਟ 'ਤੇ ਉਹ ਜੇ ਭਰਤੀ ਹੋਇਆ, ਜੇਕਰ ਉਹ ਪੋਸਟ ਦੇ ਕਾਬਲ ਨਹੀਂ ਹੈ ਤਾਂ ਆਪਾਂ ਕਿਊ ਵਾਰੰਟੋ ਰਿਟ ਹੈ ਜਿਹੜੀ ਉਹ ਜਾਰੀ ਕਰ ਸਕਦੇ ਹਾਂ। ਤਾਂ ਇਹਦਾ ਜਿਹੜਾ ਆਨਸਰ ਆਊਗਾ, ਆਨਸਰ ਨੰਬਰ 1 ਆਊਗਾ, ਮੈਂਡਾਮਸ। ਤਾਂ ਵੀ ਕਮਾਂਡ ਜਿਹੜੇ ਸ਼ਬਦ ਨੇ ਉਹ ਮੈਂਡਾਮਸ ਰਿਟ ਦੇ ਨਾਲ ਸੰਬੰਧਿਤ ਨੇ। ਇਹ ਜਿਹੜੀਆਂ ਰਿਟਸ ਨੇ ਇਹ ਆਰਟੀਕਲ 32 ਦੇ ਤਹਿਤ ਆਪਣੀਆਂ ਆਉਂਦੀਆਂ ਨੇ, ਠੀਕ ਹੈ ਜੀ। ਜੇਕਰ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਰਿਟ ਦਰਜ ਕਰਵਾਉਣੀ ਹੈ ਤਾਂ ਆਰਟੀਕਲ 32 ਦੇ ਤਹਿਤ ਤੁਸੀਂ ਜਾ ਸਕਦੇ ਹੋ ਸੁਪਰੀਮ ਕੋਰਟ, ਅਤੇ ਜੇਕਰ ਤੁਸੀਂ ਹਾਈ ਕੋਰਟ ਜਾਣਾ ਹੈ ਤਾਂ ਆਰਟੀਕਲ 226 ਦੇ ਤਹਿਤ ਤੁਸੀਂ ਹਾਈ ਕੋਰਟ ਜਾ ਸਕਦੇ ਹੋ, ਠੀਕ ਹੈ ਜੀ। ਤਾਂ ਇਹ ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਹੂ ਅਪੁਆਇੰਟਸ ਇਲੈਕਸ਼ਨ ਕਮਿਸ਼ਨ ਆਫ ਇੰਡੀਆ। ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਕੌਣ ਨਿਯੁਕਤ ਕਰਦਾ ਹੈ? ਚੀਫ ਇਲੈਕਸ਼ਨ ਕਮਿਸ਼ਨ, ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ, ਠੀਕ ਹੈ ਜੀ। ਤਾਂ ਤੁਹਾਨੂੰ ਪਤਾ ਹੈ ਕਿ 95% ਜਿਹੜੀਆਂ ਨਿਯੁਕਤੀਆਂ ਕੀਤੀਆਂ ਜਾਂਦੀਆਂ ਉਹ ਆਪਣੇ ਪ੍ਰੈਜ਼ੀਡੈਂਟ ਦੇ ਦੁਆਰਾ ਕੀਤੀਆਂ ਜਾਂਦੀਆਂ। ਤਾਂ ਇਹਦਾ ਜਿਹੜਾ ਆਨਸਰ ਆਊਗਾ, ਆਨਸਰ ਨੰਬਰ 2 ਆਊਗਾ। ਤਾਂ ਜਿਹੜਾ ਆਪਣਾ ਇਲੈਕਸ਼ਨ ਕਮਿਸ਼ਨ ਹੈ ਇਹਦੀ ਜਿਹੜੀ ਨਿਯੁਕਤੀ ਕਰਦਾ ਉਹ ਪ੍ਰੈਜ਼ੀਡੈਂਟ ਦੁਆਰਾ ਕੀਤੀ ਜਾਂਦੀ ਹੈ। ਤਾਂ ਇਹ ਯਾਦ ਰੱਖਣਾ, ਆਨਸਰ ਨੰਬਰ 2। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਵਾਟ ਇਜ਼ ਦੀ ਮਿਨੀਮਮ ਏਜ ਟੂ ਬਿਕਮ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ। ਤਾਂ ਭਾਰਤ ਦਾ ਉਪ ਰਾਸ਼ਟਰਪਤੀ ਬਣਨ ਦੇ ਲਈ ਤੁਹਾਡੀ ਘੱਟ ਤੋਂ ਘੱਟ ਉਮਰ ਹੈ ਜਿਹੜੀ ਉਹ ਕਿੰਨੀ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਤਾਂ ਉਮਰ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਹੈ, ਠੀਕ ਹੈ ਜੀ। ਤਾਂ ਜਿਹੜੀ 30 ਸਾਲ ਉਮਰ ਹੈ ਇਹ ਆਪਣੀ ਹੋਣੀ ਚਾਹੀਦੀ ਹੈ ਤੁਹਾਡੀ, ਜੇ ਤੁਸੀਂ ਰਾਜ ਸਭਾ ਦਾ ਮੈਂਬਰ ਬਣਨਾ। ਜੇਕਰ ਤੁਸੀਂ ਰਾਜ ਸਭਾ ਦਾ ਮੈਂਬਰ ਬਣਨਾ ਤਾਂ ਤੁਹਾਡੀ ਘੱਟ ਤੋਂ ਘੱਟ ਉਮਰ ਜਿਹੜੀ ਹੋਣੀ ਚਾਹੀਦੀ ਹੈ ਉਹ 30 ਸਾਲ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਜੇਕਰ ਤੁਸੀਂ ਲੋਕ ਸਭਾ ਦਾ ਮੈਂਬਰ ਬਣਨਾ ਤਾਂ ਇਹ ਤੁਹਾਡੀ ਉਮਰ ਹੋਣੀ ਚਾਹੀਦੀ ਹੈ 25 ਸਾਲ ਘੱਟ ਤੋਂ ਘੱਟ, ਠੀਕ ਹੈ ਜੀ। ਤਾਂ ਇਹ ਉਮਰਾਂ ਤੁਹਾਨੂੰ ਪਤਾ ਹੋਣੀ ਚਾਹੀਦੀਆਂ, ਕਿਉਂਕਿ ਹਰ ਵਾਰ ਕੁਐਸਚਨ ਪੋਲਿਟੀ ਦਾ ਇੱਥੋਂ ਬਣਦਾ, ਠੀਕ ਹੈ ਜੀ। ਲੋਕ ਸਭਾ ਦੇ ਲਈ 25 ਸਾਲ, ਰਾਜ ਸਭਾ ਦੇ ਲਈ 30 ਸਾਲ, ਅਤੇ 21 ਸਾਲ ਤੁਹਾਡੀ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਪੰਚਾਇਤ ਮੈਂਬਰ ਬਣਨਾ, ਠੀਕ ਹੈ ਜੀ, ਜਾਂ ਸਰਪੰਚ ਬਣਨਾ।
ਤਾਂ ਮਿਨੀਮਮ ਏਜ, ਠੀਕ ਹੈ ਜੀ। ਤਾਂ ਇਹਦਾ ਜਿਹੜਾ ਆਨਸਰ ਆਊਗਾ, ਆਨਸਰ ਨੰਬਰ 3 ਆਊਗਾ 35 ਸਾਲ, ਠੀਕ ਹੈ ਜੀ। ਇਹ ਤੁਹਾਡੀਆਂ 3 ਬੋਡੀਜ਼ ਨੇ, ਇੱਕ ਤਾਂ ਇਹਦੇ ਵਿੱਚ ਆ ਜਾਂਦਾ ਤੁਹਾਡਾ ਪ੍ਰੈਜ਼ੀਡੈਂਟ, ਇੱਕ ਤੁਹਾਡਾ ਵਾਈਸ ਪ੍ਰੈਜ਼ੀਡੈਂਟ, ਇੱਕ ਤੁਹਾਡਾ ਗਵਰਨਰ, ਠੀਕ ਹੈ ਜੀ। ਤਾਂ ਇਹਨਾਂ ਦੀ ਉਮਰ ਜਿਹੜੀ ਹੋਣੀ ਚਾਹੀਦੀ ਉਹ 35 ਸਾਲ ਮਿਨੀਮਮ ਏਜ ਇਹਨਾਂ ਦੀ ਰੱਖੀ ਗਈ ਹੈ। ਤਾਂ ਆਨਸਰ ਨੰਬਰ 3 ਆਊਗਾ ਇਹਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਵਿਚ ਆਰਟੀਕਲ ਇਜ਼ ਰਿਲੇਟਡ ਟੂ UPSC। UPSC ਆਪਾਂ ਨੂੰ ਪਤਾ ਕਿ ਕੌਨਸਟੀਟਿਊਸ਼ਨਲ ਬੋਡੀ ਹੈ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ, ਠੀਕ ਹੈ ਜੀ। ਤਾਂ UPSC ਦੇ ਨਾਲ ਰਿਲੇਟਡ ਜਿਹੜਾ ਆਰਟੀਕਲ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਹੈ, ਠੀਕ ਹੈ ਜੀ। ਆਰਟੀਕਲ 226 ਵਾਲੇ ਆਪਾਂ ਪੜ੍ਹ ਕੇ ਆਏ ਹਾਂ ਕਿ ਜੇਕਰ ਤੁਸੀਂ ਹਾਈ ਕੋਰਟ ਜਾਣਾ ਹੈ, ਹਾਈ ਕੋਰਟ ਦੇ ਵਿੱਚ ਰਿਟ ਜਾਰੀ ਕਰਨੇ, ਤਾਂ ਆਰਟੀਕਲ 226 ਦੇ ਤਹਿਤ ਹੋਣੀ ਹੈ। ਆਰਟੀਕਲ 32 ਦੇ ਤਹਿਤ ਆਪਾਂ ਸੁਪਰੀਮ ਕੋਰਟ ਜਾ ਸਕਦੇ ਹਾਂ, ਠੀਕ ਹੈ ਜੀ। ਤਾਂ ਇਹ ਮੈਂ ਤੁਹਾਨੂੰ ਪ੍ਰੀਵੀਅਸ ਕੁਐਸਚਨ ਦੇ ਵਿੱਚ ਦੱਸ ਕੇ ਆਇਆ। ਆਰਟੀਕਲ ਜਿਹੜੀ 124 ਹੈ ਇਹ ਆਪਣੀ ਸੁਪਰੀਮ ਕੋਰਟ ਦੇ ਬਾਰੇ ਗੱਲ ਕਰਦੀ ਹੈ, ਠੀਕ ਹੈ ਜੀ, ਕਿ ਆਪਣੇ ਇੰਡੀਆ ਦੇ ਵਿੱਚ ਇੱਕ ਸੁਪਰੀਮ ਕੋਰਟ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਕਿ ਸੁਪਰੀਮ ਕੋਰਟ ਬਾਰੇ, ਸੁਪਰੀਮ ਕੋਰਟ ਦੀਆਂ ਸ਼ਕਤੀਆਂ, ਸੁਪਰੀਮ ਕੋਰਟ ਦੇ ਜੱਜਾਂ ਬਾਰੇ ਇਹ ਸਾਰਾ ਮਤਲਬ ਦੱਸਦਾ ਆਪਾਂ ਨੂੰ ਆਰਟੀਕਲ 124। ਅਤੇ ਜੇਕਰ ਤੁਸੀਂ ਤੁਹਾਨੂੰ ਪੁੱਛੇ ਕਿ ਹਾਈ ਕੋਰਟ ਬਾਰੇ ਕਿਹੜਾ ਆਰਟੀਕਲ ਦੱਸਦਾ ਹੈ, ਤਾਂ ਉਹ ਦੱਸਦਾ ਆਪਾਂ ਨੂੰ ਆਰਟੀਕਲ 214, ਠੀਕ ਹੈ ਜੀ। ਅਤੇ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਹੈ। ਤਾਂ ਇਹਦਾ ਜਿਹੜਾ ਆਨਸਰ ਆਉਣਾ, ਆਨਸਰ ਨੰਬਰ 4 ਆਊਗਾ 315 ਨੰਬਰ ਆਰਟੀਕਲ ਜਿਹੜਾ ਰਿਲੇਟਡ ਹੈ ਉਹ ਆਪਣਾ UPSC ਦੇ ਨਾਲ ਰਿਲੇਟਡ ਹੈ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ। ਤਾਂ ਆਨਸਰ ਨੰਬਰ 4 ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਰਿਲੇਟਡ ਟੂ ਹਨੀ ਬੀਜ਼। ਸ਼ਹਿਦ ਦੀਆਂ ਮੱਖੀਆਂ ਦੇ ਨਾਲ ਰਿਲੇਟਡ ਉਹ ਕਿਹੜਾ ਕਲਚਰ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਐਪੀਕਲਚਰ, ਸੀਰੀਕਲਚਰ, ਐਗਰੀਕਲਚਰ ਜਾਂ ਹਾਰਟੀਕਲਚਰ। ਤਾਂ ਐਗਰੀਕਲਚਰ, ਸੀਰੀਕਲਚਰ ਅਤੇ ਹਾਰਟੀਕਲਚਰ ਬਾਰੇ ਤੁਹਾਨੂੰ ਪਤਾ ਹੀ ਹੈ, ਠੀਕ ਹੈ ਜੀ। ਤਾਂ ਸੀਰੀਕਲਚਰ ਸਿਲਕ ਵਾਰਮ ਦੇ ਨਾਲ ਰਿਲੇਟਡ ਹੈ, ਐਗਰੀਕਲਚਰ ਹਾਰਟੀਕਲਚਰ ਬਾਰੇ ਤੁਹਾਨੂੰ ਪਤਾ ਹੈ, ਠੀਕ ਹੈ ਜੀ। ਤਾਂ ਇਹਦਾ ਜਿਹੜਾ ਆਨਸਰ ਆਉਣਾ, ਆਨਸਰ ਨੰਬਰ 1 ਆਊਗਾ ਐਪੀਕਲਚਰ, ਠੀਕ ਹੈ ਜੀ। ਤਾਂ ਜਿਹੜਾ ਆਪਾਂ ਹਨੀ ਬੀਜ਼ ਦਾ ਕਿੱਤਾ ਜਿਹੜਾ ਆਪਾਂ ਕਰਦੇ ਹਾਂ, ਜਾਂ ਜੋ ਵੀ ਆਪਾਂ ਸ਼ਹਿਦ ਦੀਆਂ ਮੱਖੀਆਂ ਦੇ ਨਾਲ ਰਿਲੇਟਡ ਕੰਮ ਕਰਦੇ ਹਾਂ, ਉਹਨੂੰ ਐਪੀਕਲਚਰ ਕਿਹਾ ਜਾਂਦਾ, ਠੀਕ ਹੈ ਜੀ। ਤਾਂ ਆਨਸਰ ਨੰਬਰ 1 ਆਊਗਾ। ਇਹ ਬਹੁਤ ਵਾਰ ਪੁੱਛਿਆ ਗਿਆ ਕੁਐਸਚਨ ਹੈ, ਹਰ ਵਾਰ ਸਟੈਟਿਕ ਜੀਕੇ ਦੇ ਵਿੱਚ ਇਹੋ ਜਿਹੇ ਕੁਐਸਚਨ ਪੁੱਛੇ ਜਾਂਦੇ ਨੇ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਘਰਾਈ ਐਂਡ ਚਰਾਈ ਟੈਕਸਿਸ ਆਰ ਇੰਪੋਜ਼ਡ ਬਾਏ ਹੂਮ। ਤਾਂ ਘਰਾਈ ਅਤੇ ਚਰਾਈ ਦੋ ਟਾਈਪ ਦੇ ਇੱਕ ਟੈਕਸ ਲਗਾਏ ਗਏ ਸੀਗੇ, ਤਾਂ ਉਹ ਕਿਹੜੇ ਰਾਜੇ ਮਹਾਰਾਜੇ ਦੁਆਰਾ ਲਗਾਏ ਗਏ ਸੀ। ਬਹੁਤ ਇੰਪੋਰਟੈਂਟ ਨੇ, ਹਰ ਵਾਰ ਇਹ ਬਹੁਤ ਵਾਰ ਪੁੱਛੇ ਗਏ ਕੁਐਸਚਨ ਨੇ, ਠੀਕ ਹੈ ਜੀ। ਤਾਂ ਆਪਣੇ ਸੈਸ਼ਨ ਦੇ ਵਿੱਚ ਤੁਹਾਨੂੰ ਜਿੰਨੇ ਵੀ ਕੁਐਸਚਨ ਮਿਲਣਗੇ ਉਹ ਜਿਹੜੇ ਘੱਟ ਤੋਂ ਘੱਟ 10 ਵਾਰ ਪੁੱਛੇ ਗਏ ਕੁਐਸਚਨ ਨੇ, ਉਹ ਤੁਹਾਨੂੰ ਆਪਣੇ ਸੈਸ਼ਨ ਦੇ ਵਿੱਚ ਮਿਲਣਗੇ, ਠੀਕ ਹੈ ਜੀ। ਤਾਂ ਫਾਲਤੂ ਆਪਾਂ ਕੰਟੈਂਟ ਤੁਹਾਡੇ ਲਈ ਨਹੀਂ ਲੈ ਕੇ ਆਉਂਦੇ। ਜਿੰਨੇ ਵੀ ਆਪਣੇ ਸੈਸ਼ਨ ਅੱਜ ਤੱਕ ਅਪਲੋਡ ਹੋਏ ਨੇ ਤੁਸੀਂ ਚੈੱਕ ਕਰ ਸਕਦੇ ਹੋ, ਪੇਪਰ ਵੀ ਚੈੱਕ ਕਰ ਸਕਦੇ ਹੋ, ਠੀਕ ਹੈ ਜੀ, ਨਾਲ ਰਿਲੇਟ ਕਰਕੇ ਦੇਖ ਸਕਦੇ ਹੋ। ਤਾਂ ਆਪਾਂ ਵਧੀਆ ਕੰਟੈਂਟ ਜਿਹੜਾ ਤੁਹਾਡੇ ਲਈ ਅੱਗੇ ਵੀ ਪੇਪਰਾਂ ਦੇ ਵਿੱਚ ਪੁੱਛਿਆ ਜਾਣਾ, ਉਹ ਆਪਾਂ ਤੁਹਾਡੇ ਲਈ ਲੈ ਕੇ ਆਉਣੇ ਆ। ਤਾਂ ਘਰਾਈ ਅਤੇ ਚਰਾਈ ਦੋ ਟੈਕਸ ਇੰਪੋਜ਼ ਕੀਤੇ ਗਏ ਸੀ, ਤਾਂ ਉਹ ਕਿਹੜੇ ਬਾਦਸ਼ਾਹ ਦੁਆਰਾ ਕੀਤੇ ਗਏ ਸੀ। ਅਕਬਰ, ਬਾਬਰ, ਅਲਾਉਦੀਨ ਖਿਲਜੀ ਜਾਂ ਇਲਤੁਤਮਿਸ਼। ਅਕਬਰ ਬਾਰੇ ਆਪਾਂ ਪੜ੍ਹਦੇ ਹਾਂ। ਅਕਬਰ ਨੂੰ ਦਾ ਗ੍ਰੇਟ ਕਿਉਂ ਕਿਹਾ ਜਾਂਦਾ, ਕਿਉਂਕਿ ਇਹਨੇ ਕੰਮ ਹੀ ਗ੍ਰੇਟ ਵਾਲੇ ਕੀਤੇ ਸੀ, ਠੀਕ ਹੈ ਜੀ। ਇੱਕ ਜਜ਼ੀਆ ਕਰ ਹੁੰਦਾ ਸੀ ਆਪਣਾ, ਸਭ ਤੋਂ ਪਹਿਲਾਂ ਉਹ ਫਿਰੋਜ਼ ਸ਼ਾਹ ਤੁਗਲਕ ਨੇ ਲਗਾਇਆ ਸੀ, ਠੀਕ ਹੈ ਜੀ, ਜਜ਼ੀਆ ਕਰ। ਤਾਂ ਇਹ ਨੌਨ ਮੁਸਲਿਮ ਕਰ ਸੀ, ਮਤਲਬ ਜਿਹੜੇ ਕਿ ਹਿੰਦੂ ਜਾਂ ਮੁਸਲਿਮ ਤੋਂ ਇਲਾਵਾ ਜੋ ਵੀ ਮੁਸਲਿਮ ਦੀ ਸ਼ਰਨ ਦੇ ਵਿੱਚ ਰਹਿੰਦੇ ਸੀ, ਤਾਂ ਉਹਨਾਂ ਨੂੰ ਇਹ ਟੈਕਸ ਦੇਣਾ ਪੈਂਦਾ ਸੀ। ਤਾਂ ਮਤਲਬ ਇਹ ਨੌਨ ਮੁਸਲਿਮ ਟੈਕਸ ਸੀ, ਜਜ਼ੀਆ। ਤਾਂ ਅਕਬਰ ਨੇ ਇਹ ਜਿਹੜਾ ਟੈਕਸ ਹੈ ਇਹਨੂੰ ਹਟਾਤਾ ਸੀ, ਠੀਕ ਹੈ ਜੀ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇਸ ਤੋਂ ਬਾਅਦ ਇੱਕ ਪਿਲਗ੍ਰਿਮ ਟੈਕਸ ਹੁੰਦਾ ਸੀ ਆਪਣਾ, ਯਾਤਰਾ ਟੈਕਸ ਜਿਹਨੂੰ ਆਪਾਂ ਕਹਿੰਦੇ ਹਾਂ, ਤਾਂ ਉਹ ਵੀ ਲਗਾਇਆ ਜਾਂਦਾ ਸੀ। ਤਾਂ ਇਹ ਟੈਕਸ ਵੀ ਅਕਬਰ ਨੇ ਅਬੋਲਿਸ਼ ਕਰਤਾ ਸੀ। ਤਾਂ ਬਹੁਤ ਚੰਗੇ ਕੰਮ ਇਹਨੇ ਕੀਤੇ ਸੀ, ਤਾਂ ਕਰਕੇ ਇਹਨੂੰ ਅਕਬਰ ਦਾ ਗ੍ਰੇਟ ਕਿਹਾ ਜਾਂਦਾ ਸੀ। ਬਾਬਰ ਆਪਾਂ ਜਾਣਦੇ ਹਾਂ ਕਿ 1526 ਦੇ ਵਿੱਚ ਜਿਹੜੀ ਪਾਣੀਪਤ ਦੀ ਪਹਿਲੀ ਲੜਾਈ ਹੋਈ ਸੀ, ਜਿਹਦੇ ਵਿੱਚ ਇਬਰਾਹਿਮ ਲੋਧੀ ਨੂੰ ਹਰਾ ਕੇ ਬਾਬਰ ਨੇ ਮੁਗਲੀਆ ਸਲਤਨਤ ਦੀ ਸਥਾਪਨਾ ਕੀਤੀ ਸੀ, ਠੀਕ ਹੈ ਜੀ। ਤਾਂ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਇਲਤੁਤਮਿਸ਼ ਬਾਰੇ ਪੜ੍ਹਦੇ ਹਾਂ, ਟੰਕਾ ਅਤੇ ਜੀਤਲ, ਠੀਕ ਹੈ ਜੀ। ਦੋ ਟਾਈਪ ਦੇ ਜਿਹੜੇ ਸਿੱਕੇ ਲਾਂਚ ਕੀਤੇ ਸੀਗੇ ਉਹ ਇਲਤੁਤਮਿਸ਼ ਨੇ ਕੀਤੇ ਸੀ। ਬਾਕੀ ਇਹਨੂੰ ਰੀਅਲ ਸੁਲਤਾਨ ਆਫ ਦਿੱਲੀ ਸਲਤਨਤ ਕਿਹਾ ਜਾਂਦਾ, ਪਹਿਲਾ ਜਿਹੜਾ ਰੀਅਲ ਸੁਲਤਾਨ ਸੀਗਾ। ਤਾਂ ਰੀਅਲ ਸੁਲਤਾਨ ਕਿਉਂ ਸੀ, ਕਿਉਂਕਿ ਜਿਹੜਾ ਪਹਿਲਾ ਸੀਗਾ ਕੁਤਬਦੀਨ ਐਬਕ, ਉਹਨੇ ਸੁਲਤਾਨ ਦਾ ਟਾਈਟਲ ਐਕਸੈਪਟ ਨਹੀਂ ਕੀਤਾ ਸੀ। ਤਾਂ ਇਲਤੁਤਮਿਸ਼ ਉਹ ਪਹਿਲਾ ਬੰਦਾ ਸੀ ਜਿਹਨੇ ਸੁਲਤਾਨ ਦਾ ਟਾਈਟਲ ਐਕਸੈਪਟ ਕੀਤਾ ਸੀ, ਇਹ ਯਾਦ ਰੱਖਣਾ। ਅਤੇ ਰਜ਼ੀਆ ਸੁਲਤਾਨ ਇਹਦੀ ਬੇਟੀ ਸੀ, ਠੀਕ ਹੈ ਜੀ। ਤਾਂ ਇਹਦਾ ਜਿਹੜਾ ਆਨਸਰ ਆਉਣਾ, ਆਨਸਰ ਨੰਬਰ 3 ਆਉਣਾ, ਅਲਾਉਦੀਨ ਖਿਲਜੀ। ਅਲਾਉਦੀਨ ਖਿਲਜੀ ਨੇ ਮਾਰਕੀਟ ਰਿਫੋਰਮ ਬਹੁਤ ਵਧੀਆ ਕੀਤੇ ਸੀ। ਇਹਨੇ 50% ਟੈਕਸ ਰੱਖਿਆ ਸੀ, ਠੀਕ ਹੈ ਜੀ। ਤਾਂ 50% ਟੈਕਸ ਰੱਖਿਆ ਸੀ। ਅਤੇ ਆਪਣੀ ਆਰਮੀ ਇਹਨੇ ਮਤਲਬ ਵਧੀਆ ਇਸਟੈਬਲਿਸ਼ ਕੀਤੀ ਸੀ। ਆਰਮੀ ਨੂੰ ਇਹ ਸੈਲਰੀ ਵੀ ਦਿੰਦਾ ਸੀ ਅਲਾਉਦੀਨ ਖਿਲਜੀ। ਤਾਂ ਘਰਾਈ ਅਤੇ ਚਰਾਈ ਇਹਨੇ ਦੋ ਟੈਕਸ ਲਗਾਏ ਸੀ। ਘਰਾਈ ਮਤਲਬ ਘਰਾਂ ਦੇ ਉੱਤੇ, ਚਰਾਈ ਮਤਲਬ ਜਿਹੜੇ ਪਸ਼ੂਆਂ ਨੂੰ ਆਪਾਂ ਚਰਾ ਕੇ ਮਤਲਬ ਜਿਹੜੇ ਪਸ਼ੂ ਚਰਾਉਂਦੇ ਨੇ, ਠੀਕ ਹੈ ਜੀ, ਕਿਉਂਕਿ ਵੱਡੀਆਂ ਚਾਰਾਵਾਹਾਂ ਬਣੀਆਂ ਹੁੰਦੀਆਂ ਸੀ, ਤਾਂ ਚਰਾਈ ਟੈਕਸ ਉੱਤੇ ਲਗਾਇਆ ਜਾਂਦਾ ਸੀ। ਤਾਂ ਆਨਸਰ ਨੰਬਰ 3 ਆਊਗਾ ਅਲਾਉਦੀਨ ਖਿਲਜੀ।
ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਹੂ ਰਿਪੇਅਰਡ ਕੁਤਬ ਮੀਨਾਰ ਆਫਟਰ ਲਾਈਟਨਿੰਗ। ਲਾਈਟਨਿੰਗ ਮਤਲਬ ਬਿਜਲੀ ਗਿਰਨ ਤੋਂ ਬਾਅਦ ਇੱਕ ਵਾਰ ਕੁਤਬ ਮੀਨਾਰ ਦੇ ਉੱਤੇ ਬਿਜਲੀ ਗਿਰ ਗਈ ਸੀ ਅਤੇ ਉਹ ਮਤਲਬ ਡਿਸਟਰੋਏ ਹੋ ਗਿਆ ਸੀ, ਜਿਹੜੀ ਉਹਦੀ ਅੱਪਰ ਮੰਜ਼ਿਲ ਆਪਾਂ ਕਹਿ ਸਕਦੇ ਹਾਂ, ਠੀਕ ਹੈ ਜੀ। ਤਾਂ ਲਾਈਟਨਿੰਗ ਤੋਂ ਬਾਅਦ ਉਹਦੀ ਰਿਪੇਅਰ ਕਰਵਾਈ ਗਈ ਸੀ, ਤਾਂ ਉਹ ਕਿਹੜੇ ਬਾਦਸ਼ਾਹ ਦੁਆਰਾ ਕਰਵਾਈ ਗਈ ਸੀ। ਆਪਾਂ ਨੂੰ ਪਤਾ ਹੈ ਕਿ ਕੁਤਬ ਮੀਨਾਰ ਕਿਹਨੇ ਬਣਾਇਆ, ਕੁਤਬਦੀਨ ਐਬਕ ਨੇ, ਠੀਕ ਹੈ ਜੀ। ਤਾਂ ਕੁਤਬਦੀਨ ਐਬਕ ਨੇ ਜਿਹੜਾ ਕੁਤਬ ਮੀਨਾਰ ਬਣਾਇਆ ਹੈਗਾ, ਅਤੇ ਕਿਹਦੀ ਯਾਦ ਦੇ ਵਿੱਚ, ਕੁਤਬਦੀਨ ਬਖਤਿਆਰ ਕਾਕੀ ਦੀ ਯਾਦ ਦੇ ਵਿੱਚ, ਇਹ ਯਾਦ ਰੱਖਣਾ। ਤਾਂ ਇਸ ਤੋਂ ਬਾਅਦ ਇਹਨੂੰ ਪੂਰਾ ਕਿਹਨੇ ਕਰਵਾਇਆ, ਇਲਤੁਤਮਿਸ਼ ਨੇ। ਤਾਂ ਇਹਦਾ ਜਿਹੜਾ ਆਨਸਰ ਆਊਗਾ, ਆਨਸਰ ਨੰਬਰ 2 ਆਊਗਾ, ਠੀਕ ਹੈ ਜੀ। ਫਿਰੋਜ਼ ਸ਼ਾਹ ਤੁਗਲਕ, ਆਨਸਰ ਨੰਬਰ 2 ਆਊਗਾ। ਫਿਰੋਜ਼ ਸ਼ਾਹ ਤੁਗਲਕ ਨੇ ਇਹਨੂੰ ਰਿਪੇਅਰ ਕਰਵਾਇਆ, ਠੀਕ ਹੈ ਜੀ। ਇਹ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ, ਪੁੱਛਿਆ ਜਾਂਦਾ। ਤਾਂ ਲਾਈਟਨਿੰਗ ਤੋਂ ਬਾਅਦ ਮਤਲਬ ਇਹ ਡਿਸਟਰੋਏ ਹੋ ਗਿਆ ਸੀ, ਤਾਂ ਫਿਰੋਜ਼ ਸ਼ਾਹ ਤੁਗਲਕ ਨੇ ਇਹਦੀ ਦੁਬਾਰਾ ਰਿਪੇਅਰ ਕਰਵਾਈ, ਠੀਕ ਹੈ ਜੀ, ਅਤੇ ਇਹਦੀ 5th ਮੰਜ਼ਿਲ ਬਣਵਾਈ। ਇਹ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਆਨਸਰ ਨੰਬਰ 2। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਹੌਜ ਖਾਸ ਬਾਜ਼ ਬਿਲਡ ਬਾਏ ਹੂਮ। ਇਲਤੁਤਮਿਸ਼, ਕੁਤਬਦੀਨ ਐਬਕ, ਅਲਾਉਦੀਨ ਖਿਲਜੀ ਜਾਂ ਅਕਬਰ। ਹੌਜ ਮਤਲਬ ਹੁੰਦਾ ਜਿਹੜਾ ਪਾਣੀ ਰੱਖਣ ਵਾਲੀ ਆਪਣੀ ਟੰਕੀ ਹੁੰਦੀ ਹੈ, ਜਿਹਦੇ ਵਿੱਚ ਆਪਾਂ ਪਾਣੀ ਸਟੋਰ ਕਰਕੇ ਰੱਖਦੇ ਹਾਂ। ਤਾਂ ਹੌਜ ਖਾਸ ਇਹ ਬਹੁਤ ਵੱਡੀ ਇੱਕ ਪਾਣੀ ਸਟੋਰ ਕਰਨ ਵਾਲੀ ਟੰਕੀ ਬਣਵਾਈ ਗਈ ਸੀ, ਠੀਕ ਹੈ ਜੀ। ਤਾਂ ਇਹ ਕਿਹੜੇ ਬਾਦਸ਼ਾਹ ਦੁਆਰਾ ਬਣਵਾਈ ਗਈ ਸੀ। ਤਾਂ ਇਹਦਾ ਜਿਹੜਾ ਆਨਸਰ ਆਉਣਾ, ਆਨਸਰ ਨੰਬਰ 3 ਆਉਣਾ, ਅਲਾਉਦੀਨ ਖਿਲਜੀ। ਬਹੁਤ ਇੰਪੋਰਟੈਂਟ ਹੈ, ਠੀਕ ਹੈ ਜੀ। ਤਾਂ ਆਨਸਰ ਨੰਬਰ 3 ਆਉਣਾ, ਅਲਾਉਦੀਨ ਖਿਲਜੀ ਨੇ ਹੌਜ ਖਾਸ ਬਣਵਾਇਆ ਸੀ ਦਿੱਲੀ ਵਿਖੇ, ਠੀਕ ਹੈ ਜੀ। ਇਹ ਯਾਦ ਰੱਖਣਾ, ਬਹੁਤ ਵਾਰ ਪੁੱਛਿਆ ਗਿਆ ਕੁਐਸਚਨ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇਲੈਕਟ੍ਰਿਕ ਕਰੰਟ ਇਜ਼ ਮੇਜ਼ਰਡ ਬਾਏ ਵਿਚ ਇੰਸਟਰੂਮੈਂਟ। ਜਿਹੜਾ ਆਪਣਾ ਇਲੈਕਟ੍ਰਿਕ ਕਰੰਟ ਹੁੰਦਾ ਤਾਂ ਇਹ ਕਿਹੜੇ ਯੰਤਰ ਦੇ ਦੁਆਰਾ ਮਾਪਿਆ ਜਾਂਦਾ, ਐਮੀਮੀਟਰ, ਸਿਸੀਮੋਗ੍ਰਾਫ, ਥਰਮੋਮੀਟਰ ਜਾਂ ਬੈਰੋਮੀਟਰ। ਬੈਰੋਮੀਟਰ ਬਾਰੇ ਤੁਹਾਨੂੰ ਪਤਾ ਕਿ ਐਟਮੋਸਫੈਰਿਕ ਪ੍ਰੈਸ਼ਰ ਮਾਪਣ ਦੇ ਲਈ ਬੈਰੋਮੀਟਰ ਦੀ ਵਰਤੋਂ ਕੀਤੀ ਜਾਂਦੀ ਹੈ। ਥਰਮਾਮੀਟਰ ਆਪਣਾ ਟੈਂਪਰੇਚਰ ਮਾਪਣ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਸਿਸੀਮੋਗ੍ਰਾਫ ਜਿਹੜਾ ਆਪਣਾ ਅਰਥਕੁਇਕ ਹੁੰਦਾ ਉਹਦੇ ਲਈ ਯੂਜ਼ ਕੀਤਾ ਜਾਂਦਾ। ਤਾਂ ਇਹਦਾ ਜਿਹੜਾ ਆਨਸਰ ਆਉਣਾ, ਆਨਸਰ ਨੰਬਰ 1 ਆਊਗਾ, ਐਮੀਮੀਟਰ, ਠੀਕ ਹੈ ਜੀ। ਤਾਂ ਐਮੀਮੀਟਰ ਉਹ ਯੰਤਰ ਹੈ ਜਿਹਦੇ ਨਾਲ ਇਲੈਕਟ੍ਰਿਕ ਕਰੰਟ ਨੂੰ ਆਪਾਂ ਮਾਪਦੇ ਹਾਂ। ਤਾਂ ਆਨਸਰ ਨੰਬਰ 1 ਆਊਗਾ ਇਹਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਓਨਮ ਫੈਸਟੀਵਲ ਇਜ਼ ਸੈਲੀਬ੍ਰੇਟਡ ਇਨ ਵਿਚ ਸਟੇਟ। ਅਸਮ, ਕੇਰਲਾ, ਤਮਿਲਨਾਡੂ ਜਾਂ ਪੰਜਾਬ। ਤਾਂ ਇਹ ਬਹੁਤ ਵਾਰ ਪੁੱਛਿਆ ਗਿਆ ਕੁਐਸਚਨ ਹੈ ਓਨਮ। ਓਨਮ ਬਾਰੇ ਹਰ ਵਾਰ ਕੁਐਸਚਨ ਪੁੱਛਿਆ ਜਾਂਦਾ ਕਿ ਜਿਹੜਾ ਤਿਉਹਾਰ ਹੈ ਇਹ ਕਿੱਥੇ ਮਨਾਇਆ ਜਾਂਦਾ। ਅਸਮ ਦਾ ਜਿਹੜਾ ਸਭ ਤੋਂ ਫੇਮਸ ਤਿਉਹਾਰ ਹੈ, ਜਿਹੜਾ ਹਰ ਵਾਰ ਪੇਪਰਾਂ 'ਚ ਪੁੱਛਿਆ ਜਾਂਦਾ, ਉਹ ਹੈਗਾ ਬੀਹੂ, ਠੀਕ ਹੈ ਜੀ। ਤਾਂ ਬੀਹੂ ਇੱਕ ਹਾਰਵੈਸਟਿੰਗ ਫੈਸਟੀਵਲ ਹੈ ਜਿਹੜਾ ਕਿ ਅਸਮ ਦੇ ਵਿੱਚ ਮਨਾਇਆ ਜਾਂਦਾ, ਠੀਕ ਹੈ ਜੀ। ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਇਹਦਾ ਜਿਹੜਾ ਆਨਸਰ ਆਉਣਾ, ਆਨਸਰ ਨੰਬਰ 2 ਆਊਗਾ, ਕੇਰਲਾ ਦੇ ਵਿੱਚ। ਤਾਂ ਓਨਮ ਜਿਹੜਾ ਮਨਾਇਆ ਜਾਂਦਾ ਇਹ ਕੇਰਲਾ ਦੇ ਵਿੱਚ ਸੈਲੀਬ੍ਰੇਟ ਕੀਤਾ ਜਾਂਦਾ। ਆਨਸਰ ਨੰਬਰ 2 ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਹੌਰਨਬਿਲ ਫੈਸਟੀਵਲ ਇਜ਼ ਸੈਲੀਬ੍ਰੇਟਡ ਇਨ ਵਿਚ ਸਟੇਟ। ਹੌਰਨਬਿਲ ਬਹੁਤ ਵਾਰ ਪੁੱਛਿਆ ਗਿਆ ਕੁਐਸਚਨ ਹੈ, ਨਾਗਾਲੈਂਡ, ਕੇਰਲਾ, ਤਮਿਲਨਾਡੂ ਜਾਂ ਪੰਜਾਬ। ਤਾਂ ਹੌਰਨਬਿਲ ਜਿਹੜਾ ਫੈਸਟੀਵਲ ਹੈ ਇਹ ਮਨਾਇਆ ਜਾਂਦਾ ਨਾਗਾਲੈਂਡ ਦੇ ਵਿੱਚ। ਬਹੁਤ ਇੰਪੋਰਟੈਂਟ ਹੈ, ਹਰ ਵਾਰ ਪੁੱਛਿਆ ਗਿਆ ਕੁਐਸਚਨ ਹੈ ਇਹ ਸਟੈਟਿਕ ਜੀਕੇ ਦੇ ਵਿੱਚੋਂ। ਤਾਂ ਆਨਸਰ ਨੰਬਰ 1 ਆਊਗਾ, ਨਾਗਾਲੈਂਡ ਦਾ ਫੇਮਸ ਫੈਸਟੀਵਲ ਹੈ ਹੌਰਨਬਿਲ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਰਿਸਕਾ ਵਾਈਲਡ ਲਾਈਫ ਸੈਂਚੁਰੀ ਇਜ਼ ਸਿਚੁਏਟਡ ਇਨ ਵਿਚ ਸਟੇਟ ਆਫ ਇੰਡੀਆ। ਤਾਂ ਸਰਿਸਕਾ ਜਿਹੜਾ ਜੰਗਲੀ ਜੀਵ ਦੀ ਰੱਖ ਹੈ ਇਹ ਕਿਹੜੇ ਭਾਰਤ ਦੇ ਕਿਹੜੇ ਰਾਜ ਦੇ ਵਿੱਚ? ਗੁਜਰਾਤ, ਰਾਜਸਥਾਨ, ਜੰਮੂ ਐਂਡ ਕਸ਼ਮੀਰ, ਹਿਮਾਚਲ ਪ੍ਰਦੇਸ਼। ਤਾਂ ਆਪਾਂ ਇੱਕ ਤੁਹਾਡੇ ਲਈ ਸਪੈਸ਼ਲ ਸੈਸ਼ਨ ਵੀ ਲੈ ਕੇ ਆਵਾਂਗੇ ਜਿਹਦੇ ਵਿੱਚ ਆਪਾਂ ਵਾਈਲਡ ਲਾਈਫ ਸੈਂਚੁਰੀਜ਼ ਅਤੇ ਨੈਸ਼ਨਲ ਪਾਰਕ ਆਪਾਂ ਸਾਰੇ ਕਵਰ ਕਰਾਂਗੇ, ਠੀਕ ਹੈ ਜੀ। ਤਾਂ ਸਰਿਸਕਾ ਜਿਹੜਾ ਨੈਸ਼ਨਲ ਪਾਰਕ ਹੈ ਜਾਂ ਵਾਈਲਡ ਲਾਈਫ ਸੈਂਚੁਰੀ ਹੈ, ਸਰਿਸਕਾ ਵਾਈਲਡ ਲਾਈਫ ਸੈਂਚੁਰੀ ਹੈ ਜਿਹੜੀ, ਇਹ ਆਪਣੀ ਰਾਜਸਥਾਨ ਦੇ ਵਿੱਚ ਹੈ, ਠੀਕ ਹੈ ਜੀ। ਤਾਂ ਆਨਸਰ ਨੰਬਰ 2 ਆਊਗਾ ਇਹਦਾ। ਬਹੁਤ ਇੰਪੋਰਟੈਂਟ ਹੈ, ਬਹੁਤ ਵਾਰ ਪੁੱਛਿਆ ਗਿਆ ਕੁਐਸਚਨ। ਆਨਸਰ ਨੰਬਰ 2। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਵਿਚ ਸਟੇਟ ਇਜ਼ ਦ ਲੀਡਿੰਗ ਪ੍ਰੋਡਿਊਸਰ ਆਫ ਗੋਲਡ ਇਨ ਇੰਡੀਆ। ਤਾਂ ਸੋਨੇ ਦਾ ਸਭ ਤੋਂ ਵੱਧ ਜੇਕਰ ਆਪਾਂ ਉਤਪਾਦਨ ਕਹੀਏ ਕਿ ਭਾਰਤ ਦੇ ਕਿਹੜੇ ਰਾਜ ਦੇ ਵਿੱਚ ਹੁੰਦਾ ਸੋਨੇ ਦਾ ਸਭ ਤੋਂ ਜ਼ਿਆਦਾ ਉਤਪਾਦਨ। ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਰਨਾਟਕਾ, ਮੱਧ ਪ੍ਰਦੇਸ਼, ਰਾਜਸਥਾਨ ਜਾਂ ਗੁਜਰਾਤ। ਤਾਂ ਇਹਦਾ ਜਿਹੜਾ ਆਨਸਰ ਆਊ, ਆਨਸਰ ਨੰਬਰ 1 ਆਊਗਾ, ਕਰਨਾਟਕਾ ਦੇ ਵਿੱਚ, ਠੀਕ ਹੈ ਜੀ। ਤਾਂ ਗੋਲਡ ਮਾਈਨਸ ਮਤਲਬ ਆਪਾਂ ਇੱਥੇ ਪਾਈਆਂ ਜਾਂਦੀਆਂ ਕਰਨਾਟਕਾ ਦੇ ਵਿੱਚ। ਅਤੇ ਕਰਨਾਟਕਾ, ਜੇ ਤੁਹਾਨੂੰ ਪੁੱਛਿਆ ਕਿ ਕੌਫੀ ਦੇ ਲਈ ਸਭ ਤੋਂ ਲੀਡਿੰਗ ਪ੍ਰੋਡਿਊਸਰ ਕਿਹੜਾ, ਤਾਂ ਕੌਫੀ ਦੇ ਲਈ ਵੀ ਸਭ ਤੋਂ ਜ਼ਿਆਦਾ ਲੀਡਿੰਗ ਪ੍ਰੋਡਿਊਸਰ ਆਪਣਾ ਕਰਨਾਟਕਾ। ਕਰਨਾਟਕਾ ਦੇ ਵਿੱਚ ਸਭ ਤੋਂ ਵੱਧ ਕੌਫੀ ਪੈਦਾ ਹੁੰਦੀ ਹੈ। ਆਨਸਰ ਨੰਬਰ 1 ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਵਿਚ ਸਟੇਟ ਇਜ਼ ਦ ਲੀਡਿੰਗ ਪ੍ਰੋਡਿਊਸਰ ਆਫ ਪਲਸਸ ਇਨ ਇੰਡੀਆ। ਮਸਾਲਿਆਂ ਦਾ ਜੇ ਆਪਾਂ ਕਹੀਏ ਤਾਂ ਸਭ ਤੋਂ ਪਹਿਲਾ
फस्ट अपना स्टेट किहड़ा इंडिया का सब तो वध लीडिंग प्रोड्यूसर। तो पहला ये अपना मध्य प्रदेश सी, ठीक है जी। तो हुण अपना पहला ये आऊगा राजस्थान, आंसर नंबर 3 आऊगा। राजस्थान हुण फस्ट ते है, मध्य प्रदेश सैकेंड नंबर पर, ये याद रखना है। तो आंसर नंबर 3 आऊगा इसका। ये पूछा जाने वाला क्वेश्चन है, पूछा जा सकता तुहानूं स्टैटिक जीके दे विचों। तो आंसर नंबर 3 आऊगा। अज के सैशन का जो अपना लास्ट क्वेश्चन है, गांधी जी बिकेम महात्मा आफ्टर विच सत्याग्रह। तो वो किहड़ा सत्याग्रह सी जिस तो बाद गांधी जी के नाम के पिछे महात्मा नाम जुड़न लगे। सब तो पहला उन्होंने सिर्फ गांधी जी कह के पुकारा जाता सी, उस तो बाद उन्होंने महात्मा मतलब जिहड़ा नाम दिता गया वो दिता गया रविंद्र नाथ टैगोर के द्वारा। रविंद्र नाथ टैगोर के द्वारा नाम दिता गया महात्मा का। बट ये पता होना चाहिए कि किहड़े सत्याग्रह तो बाद, बहुत इंपॉर्टेंट है। तो चौरी चौरा एक हत्याकांड होया सी 1922 के विच। 5 फरवरी 1922 नूं यह हत्याकांड होया सी चौरी चौरा, जिहदे विच यूपी गोरखपुर दे विच पुलिस मतलब पुलिस थाने दे विच अंग्रेज़ां नूं बंद करके अग ला दित्ती गई सी, जिहड़े अंग्रेज़ पुलिसमैन सी, ठीक है जी। तो चौरी चौरा हत्याकांड जिहदे कारण 1920 वाला नॉन कोऑपरेशन वापस लै लिया सी गांधी जी ने, ठीक है जी। स्वदेशी मूवमेंट जिहड़ा अपना होया सी ये होया सी 1905 दे विच। ते चंपारण सत्याग्रह गांधी जी का सब तो पहला सत्याग्रह सी 1917 दे विच, ठीक है जी। नॉन कोऑपरेशन होया सी 1920 दे विच, ठीक है जी। नॉन कोऑपरेशन होया सी जलियांवाले बाग के हत्याकांड तो बाद 1920 दे विच। तो चंपारण सत्याग्रह का आंसर आऊगा, आंसर नंबर 3, ठीक है जी। चंपारण सत्याग्रह होया सी 1917 च, जिस तो बाद गांधी जी के नाम के पिछे महात्मा नाम जुड़न लग गया, ठीक है। याद रखना बहुत इंपॉर्टेंट है। तो आंसर नंबर 3 आऊगा। तो अज का जो अपना सैशन है यदा इत्थे एंड करते हैं। 15 क्वेश्चन के नाल जिन्ने भी ये फैक्ट से वो पूरे कर लेने, तो नाल इन्हों नोट करते जाओ, ठीक है जी। नोट्स अपने खुद बनाओ तो वार वार इन्हों रिवाइज़ करो, ठीक है जी। स्टैटिक जीके तुहाडी कवर होनी बहुत जरूरी है जेकर तुसीं किसी भी पेपर में क्रैक करना चाहुंदे हो। तो जेकर वीडियो चंगे लगते हैं लाइक कर दिया करोगे, शेयर कर दिया करो ताकि किसी होर का भी फायदा हो सके। कमेंट सैक्शन के अपनी राय जरूर दिया करो, ठीक है जी, कि तुहानूं वीडियो किवें लगी। तो चैनल में सबसक्राइब जरूर कर लियो, आने वाली वीडियोज़ के नोटिफिकेशन तुहाडे तक पहुँचते रहेंगे, ठीक है जी। तो अज की वीडियो का आप इत्थे एंड करते हैं। अज की वीडियो देखने के लिए बहुत बहुत धन्यवाद।